ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਮਨੁੱਖ ਜਿਸ ਚੀਜ਼ ਨੂੰ ਮਹਾਨ ਸਮਝ ਲੈਂਦਾ ਹੈ, ਖਾਸ ਸਮਝ ਲੈਂਦਾ ਹੈ, ਉਸ ਦੀ ਪ੍ਰਾਪਤੀ ਦੀ ਇੱਛਾ ਉਸ ਦੇ ਅੰਦਰ ਸੁਭਾਵਕ ਹੀ ਪੈਦਾ ਹੋ ਜਾਂਦੀ ਹੈ। ਮਨੁੱਖ ਦੀ ਨਜ਼ਰਾਂ ਵਿੱਚ ਜਿਹੜੀ ਚੀਜ਼ ਤੁੱਛ ਹੈ, ਮਾਮੂਲੀ ਹੈ, ਉਹ ਅਗਰ ਉਸ ਦੀ ਝੋਲੀ ਵਿੱਚ ਪਾਉਣ ਦੀ ਕੋਸ਼ਿਸ਼ ਵੀ ਕਰੀਏ ਤਾਂ ਵੀ ਉਹ ਸੁੱਟ ਦਿੰਦਾ, ਉਹਨੂੰ ਕਬੂਲ ਨਹੀਂ ਕਰਦਾ, ਉਹਨੂੰ ਪ੍ਰਵਾਨ ਨਹੀਂ ਕਰਦਾ। ਸਵਾਲ ਇਹ ਨਹੀਂ ਕਿ ਵਸਤੂ ਮਹਾਨ ਹੈ ਜਾਂ ਤੁੱਛ ਹੈ, ਸਵਾਲ ਇਹ ਹੈ ਕਿ ਮਨੁੱਖ ਦੀ ਮਨੋਤ ਕੀ ਹੈ, ਮਨੁੱਖ ਨੇ ਮੰਨਿਆ ਕੀ ਹੈ। ਅਗਰ ਮਨੁੱਖ ਨੇ ਕਿਸੇ ਚੀਜ਼ ਨੂੰ ਤੁੱਛ ਸਮਝ ਲਿਆ, ਮਾਮੂਲੀ ਸਮਝ ਲਿਆ, ਫਿਰ ਉਹ ਕਬੂਲ ਨਹੀਂ ਕਰੇਗਾ, ਪ੍ਰਵਾਨ ਨਹੀਂ ਕਰੇਗਾ, ਉਸ ਤੋਂ ਪ੍ਰਭਾਵਿਤ ਵੀ ਨਹੀਂ ਹੋਵੇਗਾ। ਇਲਮੇ ਨਫਸਿਆਤ ਦੇ ਮਾਹਿਰੀਨ ਮਨੋਵਿਗਿਆਨੀ ਐਸਾ ਕਹਿੰਦੇ ਨੇ ਕਿ ਮਨੁੱਖ ਅੱਜ ਤੱਕ ਜਿਹੜਾ ਪ੍ਰਭਾਵਿਤ ਹੋਇਆ ਹੈ, ਉਹਨਾਂ ਵਸਤੂਆਂ ਤੋਂ, ਉਹਨਾਂ ਹਸਤੀਆਂ ਤੋਂ, ਉਹਨਾਂ ਹੀ ਚੀਜ਼ਾਂ ਤੋਂ ਜਿਸ ਨੂੰ ਮਨੁੱਖ ਨੇ ਖਾਸ ਮੰਨ ਲਿਆ, ਅਹਮ ਮੰਨ ਲਿਆ। ਸਵਾਲ ਇਹ ਨਹੀਂ ਕਿ ਉਹ ਚੀਜ਼ ਖਾਸ ਹੈ ਵੀ ਸਹੀ ਜਾਂ ਨਹੀਂ, ਉਸਨੇ ਮੰਨ ਲਿਆ, ਇਸ ਵਾਸਤੇ ਉਹ ਪ੍ਰਭਾਵਿਤ ਹੈ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਮਨੁੱਖ ਐਸਾ ਭਰਮ ਭੁਲੇਖੇ ਵਿੱਚ ਪਿਆ ਹੈ ਕਿ ਕਈ ਮਹਾਨ ਵਸਤੂਆਂ ਨੂੰ ਮਨੁੱਖ ਨੇ ਤੁੱਛ ਸਮਝ ਲਿਆ ਤੇ ਕਈ ਤੁੱਛ ਚੀਜ਼ਾਂ ਨੂੰ ਮਹਾਨ ਸਮਝ ਲਿਆ। ਤੇ ਲਫ਼ਜ਼ ਮੈਂ ਫਿਰ ਦੁਹਰਾ ਦਿਆਂ, ਮਨੁੱਖ ਕਿਸ ਤੋਂ ਪ੍ਰਭਾਵਿਤ ਹੁੰਦਾ? ਜੋ ਖਾਸ ਹੈ, ਮਹਾਨ ਹੈ। ਸਵਾਲ ਇਹ ਨਹੀਂ ਕਿ ਮਹਾਨ ਹੈ ਵੀ ਸਹੀ ਜਾਂ ਨਹੀਂ, ਮਨੁੱਖ ਨੇ ਮੰਨ ਲਿਆ, ਤੇ ਜਦ ਮੰਨ ਲਿਆ ਤਾਂ ਪ੍ਰਭਾਵਿਤ ਹੋਵੇਗਾ। ਜਦ ਮੰਨ ਲਿਆ ਤਾਂ ਫਿਰ ਉਸ ਦੀ ਪ੍ਰਾਪਤੀ ਦੀ ਇੱਛਾ ਉਸ ਦੇ ਅੰਦਰ ਪੈਦਾ ਹੋਵੇਗੀ, ਤੜਪ ਉਸ ਦੇ ਅੰਦਰ ਪੈਦਾ ਹੋਵੇਗੀ, ਚਾਹਤ ਉਸ ਦੇ ਅੰਦਰ ਪੈਦਾ ਹੋਵੇਗੀ। ਅੱਜ ਤੱਕ ਰੂਹੇ ਜ਼ਮੀਨ ਵਿੱਚ ਮਨੁੱਖ ਜਿਨ੍ਹਾਂ ਵਸਤੂਆਂ ਤੇ ਹਸਤੀਆਂ ਦੇ ਆਲੇ ਦੁਆਲੇ ਪਰਿਕਰਮਾ ਕਰਦਾ ਰਿਹਾ, ਭਜਦਾ ਰਿਹਾ, ਉਹਨਾਂ ਦੇ ਪਿੱਛੇ ਪ੍ਰਾਪਤੀ ਦੀ ਇੱਛਾ ਕਰਦਾ ਰਿਹਾ, ਸਾਹਿਬ ਕਹਿੰਦੇ ਨੇ ਇਸ ਵਾਸਤੇ ਕਿ ਮਨੁੱਖ ਨੇ ਉਹਨਾਂ ਚੀਜ਼ਾਂ ਨੂੰ ਦੁਰਲਭ ਮੰਨ ਲਿਆ, ਖਾਸ ਮੰਨ ਲਿਆ, ਅਹਮ ਮੰਨ ਲਿਆ, ਮਹਾਨ ਮੰਨ ਲਿਆ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਗੱਲ ਖੋਲ ਕੇ ਕਰਦੇ ਨੇ ਕਿ ਇਹ ਬੰਦੇ ਜਿਹੜੀਆਂ ਚੀਜ਼ਾਂ ਨੂੰ ਤੂੰ ਦੁਰਲਭ ਸਮਝਿਆ, ਦੁਰਲਭ ਨਹੀਂ। ਜਿਸ ਵਸਤੂ ਨੂੰ ਤੂੰ ਮਹਾਨ ਸਮਝਿਆ, ਮਹਾਨ ਨਹੀਂ। ਕਦੀ ਗੌਰ ਮੁਤਾਲਾ ਕਰਕੇ ਵੇਖਣਾ, ਮਨੁੱਖ ਨੇ ਆਪਣੇ ਜੀਵਨ ਨਾਲੋਂ ਵੀ ਕਈ ਚੀਜ਼ਾਂ ਨੂੰ ਮਹਾਨ ਮੰਨ ਲਿਆ, ਆਪਣੀ ਜ਼ਿੰਦਗੀ ਨਾਲੋਂ ਵੀ। ਤੇ ਜਦ ਜ਼ਿੰਦਗੀ ਨਾਲੋਂ ਕਈ ਚੀਜ਼ਾਂ ਨੂੰ ਮਹਾਨ ਮੰਨ ਲਿਆ ਤਾਂ ਜ਼ਿੰਦਗੀ ਵਿਅਰਥ ਹੋ ਗਈ। ਜੀਵਨ ਨਾਲੋਂ ਕਈ ਚੀਜ਼ਾਂ ਨੂੰ ਮਹਾਨ ਮੰਨ ਲਿਆ ਤਾਂ ਫਿਰ ਜੀਵਨ ਤੁੱਛ ਹੋ ਗਿਆ, ਕੁਛ ਵੀ ਨਹੀਂ। ਤੇ ਜਿਹੜਾ ਹੈ ਹੀ ਤੁੱਛ, ਇਸ ਨੂੰ ਵਿਗਾੜਿਆ ਵੀ ਜਾ ਸਕਦਾ, ਬਰਬਾਦ ਹੀ ਕੀਤਾ ਜਾ ਸਕਦਾ, ਹੈ ਹੀ ਨਹੀਂ ਕੁਛ। ਤਾਂ ਖੈਰ, ਸਾਹਿਬਾਂ ਨੇ ਕੁਛ ਵਸਤੂਆਂ ਸਾਡੇ ਸਾਹਮਣੇ ਰੱਖੀਆਂ ਨੇ ਔਰ ਉਹਨਾਂ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣਾ ਫੈਸਲਾ ਦੇ ਰਹੇ ਨੇ। ਵਿਚਾਰਾਂ ਨੂੰ ਸਰਵਨ ਕਰਾਉਣ ਦਾ ਮੇਰਾ ਇਹੀ ਢੰਗ ਹੈ ਕਿ ਮੈਂ ਕਿਸੇ ਇੱਕ ਸ਼ਬਦ ਨੂੰ ਟੇਕ ਬਣਾ ਲੈਣਾ, ਫਿਰ ਉਹਦੇ ਆਲੇ ਦੁਆਲੇ ਘੁੰਮਦਾ ਰਹਿਣਾ। ਸਾਹਿਬਾਂ ਦਾ ਇਹ ਵਾਕ ਸੰਸਕ੍ਰਿਤੀ ਸ਼ਲੋਕਾਂ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਜੈਸੇ ਅਰਬੀ ਦਾ ਸਰਲ ਸਰੂਪ ਹੈ ਫਾਰਸੀ, ਤੇ ਫਾਰਸੀ ਦਾ ਸਰਲ ਸਰੂਪ ਹੈ ਉਰਦੂ। ਇਸੇ ਤਰੀਕੇ ਨਾਲ ਸੰਸਕ੍ਰਿਤ ਦਾ ਸਰਲ ਸਰੂਪ ਹੈ ਸਹਿਸਕ੍ਰਿਤ, ਤੇ ਸਹਿਸਕ੍ਰਿਤ ਦਾ ਸਰਲ ਸਰੂਪ ਹੈ ਹਿੰਦੀ, ਬ੍ਰਿਜ ਭਾਸ਼ਾ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਨੇਕਾਂ ਭਾਸ਼ਾਵਾਂ ਦੇ ਮਜਮੂਏ ਨੇ। ਕਿਸੇ ਇੱਕ ਭਾਸ਼ਾ ਦਾ ਅਗਰ ਕੋਈ ਪੰਡਤ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸਮਝ ਸਕੇਗਾ। ਅਰਬੀ ਦਾ ਬੋਧ ਚਾਹੀਦਾ ਹੈ, ਫਾਰਸੀ ਵੀ ਚਾਹੀਦੀ, ਉਰਦੂ ਦਾ ਵੀ ਉਹ ਗਿਆਨੀ ਹੋਵੇ, ਸੰਸਕ੍ਰਿਤ ਵੀ ਉਹ ਸਮਝੇ। ਉਹਨੂੰ ਹਿੰਦੁਸਤਾਨ ਦੀਆਂ ਬਾਕੀਆਂ ਬੋਲੀਆਂ, ਮਰਾਠੀ, ਬੰਗਲਾ, ਕਸ਼ਮੀਰੀ, ਪੰਜਾਬੀ ਦਾ ਵੀ ਮੁਕੰਮਲ ਬੋਧ ਹੋਵੇ। ਗਰਜ਼ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਸੇ ਇੱਕ ਬੋਲੀ ਵਿੱਚ ਨਹੀਂ, ਇੱਕ ਭਾਸ਼ਾ ਵਿੱਚ ਨਹੀਂ।
अनेकां भाषावां दा मजबू है। तो गुरु अर्जन देव जी महाराज ने जिहड़ा पावन श्लोक उच्चारण किया है सहस्कृत दे विच, ये हिंदी भी नहीं, ये संस्कृत भी नहीं। संस्कृत का सरल स्वरूप सहस्कृत, जिसनों थोड़ा जिहा सरल किया गया, थोड़ा जिहा आसान किया गया। तो गुरु अर्जन देव जी महाराज उस श्लोक विच दसदे ने, ऐ बंदे जिन्हां जिन्हां चीज़ां नूं तू महान समझ लिया महान नहीं है, जिसनों तू खास समझ लिया खास नहीं है, ते जिसनों तू तुच्छ समझ लिया वो तुच्छ भी नहीं है, जिन्हों तू मामूली समझे ते मामूली जान के परे सुटिया वो मामूली भी नहीं है। तो आरंभता इत्थों करते हैं मेरे पातशाह, नच दुर्लभं धनं रूपं। साहब कहते मनुख ने धन नूं ते रूप नूं सब तो ज्यादा खास मने, अहम मने। बंदा जिहड़ा ज्यादा प्रभावित होता है धन तो या सुंदरता तो, बस इसे तो ज्यादा प्रभावित होता है। मनुख की जिहड़ी चेतना है वो धन ते रूप दे आले दुआले परिक्रमा करदी है। लख भी कोशिश करे, मनुख ना रूप की पकड़ तो बचता है ना धन की पकड़ तो बचता है। ऐसा क्यों? मनुख ने दुर्लभ समझ लिया, और जब दुर्लभ है तो धन ते रूप की खातर जिंदगी दाह ते लाई जा सकती है, जीवन दाह ते लाया जा सकता है, जीवन कुर्बान किया जा सकता है, जिंदगी निछावर की जा सकती है। तो साहब कहते हैं धन ते रूप इतना दुर्लभ नहीं जितना तू मन ले। धन तो बिना जीवना बड़ी औखी गल है, पर धन वास्ते जीवना ये जीवना भी कोई जीवना नहीं। रोटी तो बिना जीवना बड़ी औखी गल है, पर सिर्फ रोटी वास्ते जीवना ये जीवना भी कोई जीवना नहीं। इतनी महर्ज करते क्यों कि रिज़्क ते पशु पंखी भी लभ लेंदे, वो भी उदर पूर्ति करते हैं। ये ठीक है कि अन्न तो बिना धन तो बिना जीवना बड़ी औखी गल है, पर सिर्फ धन वास्ते जीवना, सिर्फ अन्न वास्ते जीवना, ऐसे जीवने नूं गुरु ग्रंथ साहब जी महाराज ने प्रवान नहीं किया, कबूल नहीं किया। तो साहब इत्थे कहंदे ने धन ते रूप इतना दुर्लभ नहीं। कहंदे ने जवानी दे विच रूप की लालसा बड़ी होंदी है, बुढ़ेपे विच धन की लालसा बड़ी होंदी है बुढ़े बंदे के अंदर, क्योंकि उन्होंने आखिरी सहारा फिर धन ही दिसता है। जवान मनुख की वासना सुंदरता रूप के आले दुआले घूमती है, बुढ़े की वासना धन के आले दुआले घूमती है। बचपना ते अचेत है, ना समझ है, दो ही अवस्था ने, जवानी ते बुढ़ेपा। हुण साहब समझाते ने जवान नूं ते बुढ़े नूं, नच दुर्लभं धनन रूपं नच दुर्लभं स्वर्ग राज ने। धन ते रूप कोई दुर्लभ नहीं है, कोई खास नहीं है। तेरी लोड़ हो सकती है, तेरा जीवन नहीं है। तेरी जरूरत हो सकती है, तेरे वास्ते वो पूज नहीं है, वो महान नहीं है। नच दुर्लभं स्वर्ग राज ने। स्वर्ग शब्द संस्कृत का है, ये अखरी अर्थ बनते हैं स्वै वर्ग, अपने वर्गा वर्ग। स्वै वर्ग स्वर्ग, जिथे अपने वर्गा वर्ग होवे, बोली मिलती होवे, सुभाव मिलता होवे, खाना पीना मिलता होवे, जिथे सारिया गल्लां मिल जान उत्थे स्वर्ग हो जाता है। हुण जिथे ख्याल ना मिलन, खाना पीना ना मिले, बोली ना मिले, पहरावा ना मिले, सभ्यता ना मिले, संस्कृति ना मिले, कल्चर ना मिले, कुछ भी ना मेल खांदा होवे, उत्थे नरक है। वो नरक है, कुछ भी मेल नहीं खाता, ना बोली मेल खाती है, ना सुभाव मेल खाता है, ना खाना पीना मेल खाता है, ना सभ्यता मिलती है, ना संस्कृति मिलती है। उस थां ते मनुख अपने आप को ओपरा महसूस करता है, जिथे ओपरा महसूस करता उत्थे नरक, उन्होंने क्या नरक, ये नरक है। स्वर्ग स्वै वर्ग, अपने वर्गा वर्ग, जिथे अपने वर्गे ख्यालों के मनुख ने, मन चाही पदार्थ ने, बोली मिलती है, सभ्यता मिलती है, संस्कृति मिलती है, सब कुछ मिलता है। स्वै वर्ग, अपने वर्गा वर्ग, खुशी ते आनंद
ਮਨੁੱਖ ਨੇ ਮੰਨਿਆ ਸਵਰਗ ਵਿੱਚ, ਸਵੈ ਵਰਗ ਵਿੱਚ, ਆਪਣੇ ਵਰਗਾ ਵਰਗ। ਇਤਨੀ ਗੱਲ ਤੇ ਸਪਸ਼ਟ ਹੈ ਕਿ ਜਿੱਥੇ ਮਨੁੱਖ ਦਾ ਸੁਭਾਅ ਮੇਲ ਨਾ ਖਾਂਦਾ ਹੋਵੇ ਉੱਥੇ ਬੰਦੇ ਦਾ ਦਿਲ ਨਹੀਂ ਲੱਗਦਾ, ਬੇਚੈਨ ਹੋ ਜਾਂਦਾ। ਜਿੱਥੇ ਸਭਿਅਤਾ ਨਾ ਮਿਲੇ, ਜਿੱਥੇ ਬੋਲੀ ਨਾ ਮਿਲੇ, ਜਿੱਥੇ ਖਾਣਾ ਪੀਣਾ ਨਾ ਮਿਲੇ, ਜਿੱਥੇ ਵਿਚਾਰ ਨਾ ਮਿਲਣ, ਉੱਥੇ ਸੰਬੰਧ ਜੋੜਨਾ ਬੜੀ ਔਖੀ ਗੱਲ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਵੈ ਵਰਗ, ਆਪਣੇ ਵਰਗਾ ਵਰਗ ਵੀ ਮਿਲ ਜਾਏ ਤੇ ਉੱਥੋਂ ਦਾ ਰਾਜ ਪਾਠ ਵੀ ਮਿਲ ਜਾਏ। ਸਾਹਿਬ ਕਹਿੰਦੇ ਨੇ ਇਹ ਵੀ ਕੋਈ ਦੁਰਲਭ ਚੀਜ਼ ਨਹੀਂ। ਭਈ ਹਮ ਖਿਆਲ ਮਨੁੱਖ ਮਿਲ ਜਾਣ, ਹਮ ਵਿਚਾਰ, ਬੋਲੀ ਇੱਕ ਹੋਵੇ, ਸੰਸਕ੍ਰਿਤੀ ਇੱਕ ਹੋਵੇ, ਸਭਿਅਤਾ ਇੱਕ ਹੋਵੇ, ਇਸ ਤਰ੍ਹਾਂ ਦਾ ਅਗਰ ਮੇਲ ਵੀ ਖਾ ਜਾਏ ਤਾਂ ਵੀ ਕੋਈ ਇਹ ਦੁਰਲਭ ਚੀਜ਼ ਨਹੀਂ ਹੈ। ਨਚ ਦੁਰਲਭਨ ਧਨੰ ਰੂਪੰ, ਨਚ ਦੁਰਲਭਨ ਸਵਰਗ ਰਾਜ ਨੇ। ਧਨ ਤੇ ਜੋਬਨ ਤੋਂ ਬਾਅਦ ਅਗਰ ਮਨੁੱਖ ਕਿਸੇ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਉਹ ਸਾਹਿਬ ਕਹਿੰਦੇ ਨੇ ਉਹ ਹੈ ਖਾਣਾ ਪੀਣਾ ਤੇ ਪਹਿਨਣਾ। ਪ੍ਰਥਮ ਜਿਹੜਾ ਮਨੁੱਖ ਪ੍ਰਭਾਵਿਤ ਹੁੰਦਾ ਹੈ ਉਹ ਧਨ ਤੇ ਜੋਬਨ ਤੋਂ ਹੁੰਦਾ ਹੈ। ਧਨ ਜੋਬਨ ਤੋਂ ਵੈਰੀ ਹੋਏ ਜਿਨੀ ਰਖੇ ਰੰਗ ਲਾਏ। ਮਨੁੱਖ ਦੇ ਵੈਰੀ ਬਣ ਜਾਂਦੇ ਨੇ। ਧਨ ਉਦੋਂ ਮਿੱਤਰ ਹੈ ਜਦ ਧਨ ਕਰਕੇ ਬੰਦਾ ਪਰਉਪਕਾਰੀ ਹੋਵੇ, ਪਰ ਜੇ ਧਨ ਕਰਕੇ ਰੱਬ ਤੋਂ ਹੀ ਟੁੱਟ ਗਿਆ, ਧਨ ਨੇ ਇਸ ਨੂੰ ਮਨਮੁਖ ਬਣਾ ਦਿੱਤਾ ਹੈ, ਧਨ ਨੇ ਇਸ ਨੂੰ ਅਧਰਮੀ ਬਣਾ ਦਿੱਤਾ ਹੈ, ਤਾਂ ਧਨ ਵੈਰੀ ਹੋ ਗਿਆ ਔਰ ਅਕਸਰ ਵੈਰੀ ਹੋ ਜਾਂਦੇ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ 3 ਨਸ਼ੇ ਮੰਨੇ ਨੇ। ਜੋਬਨ ਧਨ ਪ੍ਰਭਤਾ ਕੈ ਮਦ ਮੇ ਅਹਨਿਸ ਰਹੇ ਦੀਵਾਨਾ। 3 ਨਸ਼ੇ ਨੇ ਜਿਹੜੇ ਹਰ ਵਕਤ ਮਨੁੱਖ ਨੂੰ ਚੜੇ ਰਹਿੰਦੇ ਨੇ। ਧਨ ਦਾ ਨਸ਼ਾ, ਜੋਬਨ ਦਾ ਨਸ਼ਾ, ਪ੍ਰਭਤਾ ਦਾ ਨਸ਼ਾ, ਚੌਧਰਪਣੇ ਦਾ ਨਸ਼ਾ, ਵੀ ਮੈਂ ਚੌਧਰੀ ਹਾਂ। ਧਨ ਦਾ ਨਸ਼ਾ, ਜੋਬਨ ਦਾ ਨਸ਼ਾ, ਪ੍ਰਭਤਾ ਦਾ ਨਸ਼ਾ। ਐਨਿਸ ਰਹੇ ਦੀਵਾਨਾ, ਦਿਨ ਰਾਤ ਦੀਵਾਨਾ, ਦਿਨ ਰਾਤ ਪਗਲ ਹੈ, ਪਾਗਲ ਹੋਇਆ ਕਰਦਾ। ਔਰ ਇੱਕ ਦਫਾ ਇਹ ਨਸ਼ੇ ਚੜ ਜਾਣ ਲੈਂਦੇ ਕੋਈ ਨਹੀਂ, ਫਿਰ ਮਨੁੱਖ ਹਮੇਸ਼ਾ ਵਾਸਤੇ ਪਾਗਲ ਹੋ ਜਾਂਦਾ ਹੈ। ਧਨ ਦਾ ਨਸ਼ਾ, ਜੋਬਨ ਦਾ ਨਸ਼ਾ। ਨਸ਼ੇ ਦਾ ਕੰਮ ਕੀ ਹੈ? ਸੂਝ ਬੂਝ ਕੱਖ ਨਹੀਂ ਰਹੇਗੀ, ਸਮਝ ਕੱਖ ਨਹੀਂ ਰਹੇਗੀ, ਬੰਦਾ ਪਗਲਿਆਂ ਦੀ ਤਰ੍ਹਾਂ ਭਟਕੇਗਾ। ਤੋ ਧਨ ਦਾ ਨਸ਼ਾ, ਜੋਬਨ ਦਾ ਨਸ਼ਾ, ਪ੍ਰਭਤਾ ਦਾ ਨਸ਼ਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਬੰਦੇ ਨੂੰ ਦੀਵਾਨਾ ਪਗਲਾ ਹੀ ਕਰਕੇ ਰੱਖ ਦਿੰਦਾ। ਸਾਹਿਬ ਕਹਿੰਦੇ ਨੇ ਕਿਉਂ ਤੂੰ ਪਾਗਲ ਹੁੰਦਾ ਹੈ? ਇਹ ਇਤਨਾ ਦੁਰਲਭ ਨਹੀਂ ਹੈ ਕਿ ਤੇਰੀ ਚੇਤਨਾ, ਤੇਰੀ ਜ਼ਿੰਦਗੀ ਇਹਨਾਂ ਦੇ ਆਲੇ ਦੁਆਲੇ ਪਰਿਕਰਮਾ ਕਰੇ। ਨਚ ਦੁਰਲਭਨ ਧਨੰ ਰੂਪੰ, ਨਚ ਦੁਰਲਭਨ ਸਵਰਗ ਰਾਜਨੇ, ਨਚ ਦੁਰਲਭਨ ਭੋਜਨੰ ਵਿੰਜਨੰ, ਨਚ ਦੁਰਲਭਨ ਸਵੱਛ ਅੰਬਰੇ। ਸਾਹਿਬ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਨੂੰ ਮਿਲ ਜਾਣ, ਭੋਜਨੰ ਵਿੰਜਨੰ, ਤੇ ਸਵੱਛ ਬਸਤਰ, ਮਨ ਭਾਉਂਦੇ ਬਸਤਰ ਪਹਿਨਣ ਨੂੰ ਮਿਲ ਜਾਣ। ਸਾਹਿਬ ਕਹਿੰਦੇ ਨੇ ਇਹ ਵੀ ਕੋਈ ਦੁਰਲਭ ਨਹੀਂ। ਇਹਨੂੰ ਵੀ ਤੂੰ ਕੋਈ ਖਾਸ ਨਾ ਸਮਝੀ, ਇਹਨੂੰ ਵੀ ਤੂੰ ਕੋਈ ਮਹਾਨ ਨਾ ਸਮਝੀ, ਇਹਨੂੰ ਵੀ ਜ਼ਿੰਦਗੀ ਦਾ ਕਿਧਰੇ ਮਨੋਰਥ ਨਾ ਸਮਝੀ, ਮੁਦਾ ਨਾ ਸਮਝੀ। ਤੀਸਰੀ ਪੰਕਤੀ 'ਚ ਹੋਰ ਗਿਣਤੀ ਕੀਤੀ ਹੈ, ਨਚ ਦੁਰਲਭੰ ਸੁਤ ਮਿੱਤਰ ਭਰਾਤ ਬਾਂਧਵੇ, ਨਚ ਦੁਰਲਭੰ ਬਨਿਤਾ ਬਿਲਾਸੇ। ਹਿੰਦੁਸਤਾਨ ਦੇ ਵਿੱਚ ਇੱਕ ਬੜਾ ਉੱਘਾ ਰਾਜਨੀਤੀ ਤੇ ਧਰਮ ਦਾ ਪੰਡਿਤ ਹੋਇਆ ਜਿਹਨੂੰ ਲੋਕੀ ਚਾਣਕ ਰਿਸ਼ੀ ਕਰਕੇ ਜਾਣਦੇ ਨੇ। ਚੰਦਰਗੁਪਤ ਦੇ ਜ਼ਮਾਨੇ ਵਿੱਚ ਹੋਇਆ ਤੇ ਚੰਦਰਗੁਪਤ ਦਾ ਇਹ ਰਾਜਗੁਰੂ ਸੀ। ਇਸ ਦਾ ਇੱਕ ਬੜਾ ਉੱਘਾ ਗ੍ਰੰਥ ਹੈ ਚਾਣਕ ਨੀਤੀ ਦਰਪਣ। ਇਹਨੇ ਰਾਜਨੀਤੀ ਦੇ ਉੱਤੇ ਇੱਕ ਗ੍ਰੰਥ ਲਿਖਿਆ ਹੈ, ਉਹਨੂੰ ਕਹਿੰਦੇ ਨੇ ਚਾਣਕ ਨੀਤੀ ਦਰਪਣ। ਹਿੰਦੁਸਤਾਨ ਵਿੱਚ ਹੀ ਨਹੀਂ ਬਲਕਿ ਬੈਰੂਨੀ ਦੁਨੀਆ ਦੇ ਲੋਕ ਵੀ ਚਾਣਕ ਨੂੰ ਰਾਜਨੀਤੀ ਦਾ ਮਹਾ ਪੰਡਿਤ ਮੰਨਦੇ ਨੇ, ਮਹਾ ਵਿਦਵਾਨ ਮੰਨਦੇ ਨੇ। ਰਾਜਨੀਤੀ ਦੇ ਸੰਬੰਧ ਵਿੱਚ ਉਸਨੇ ਬੜੀਆਂ ਗਹਿਰੀਆਂ ਗਹਿਰੀਆਂ ਗੱਲਾਂ ਕਹੀਆਂ ਨੇ। ਤੋ ਚੂੰਕਿ ਧਾਰਮਿਕ ਬੰਦਾ ਸੀ, ਰਿਸ਼ੀ ਸੀ, ਇਸ ਵਾਸਤੇ ਧਰਮ ਦੇ ਸੰਬੰਧ ਵਿੱਚ ਵੀ ਉਸਨੇ ਆਪਣੀ ਖੋਜ ਜਗਤ ਦੇ ਸਾਹਮਣੇ ਰੱਖੀ ਹੈ। ਥਾਂ ਥਾਂ ਤੇ ਉਹ ਆਪਣੇ ਨਿੱਜੀ ਖਿਆਲ ਵੀ ਰੱਖਦਾ ਹੈ। ਉਹ ਕਹਿੰਦਾ ਹੈ ਕਿ ਹਮ ਖਿਆਲ ਮਨੁੱਖ ਦੀ ਪਤਨੀ ਹੋਵੇ ਤੇ ਆਗਿਆ ਵਿੱਚ ਚੱਲਣ ਵਾਲੇ ਪੁੱਤਰ ਹੋਵਨ, ਹਮ ਦਰਦ ਮਿੱਤਰ ਹੋਵਨ
ਤੇ ਉਪਜੀਵਕਾ ਵਾਸਤੇ ਬੰਦੇ ਕੋਲ ਧਨ ਹੋਵੇ, ਸਮਝ ਲੈਣਾ ਚਾਹੀਦਾ ਐਸਾ ਬੰਦਾ ਬੈਕੁੰਠ ਦੇ ਵਿੱਚ ਹੈ, ਸਵਰਗ ਦੇ ਵਿੱਚ ਹੈ। ਤੇ ਉਹ ਕਹਿੰਦਾ ਖਿਆਲਾਂ ਨਾਲ ਸਹਿਮਤ ਹੋਣ ਵਾਲੀ ਪਤਨੀ ਨਾ ਹੋਵੇ ਤੇ ਆਗਿਆ ਵਿੱਚ ਚੱਲਣ ਵਾਲੇ ਪੁੱਤਰ ਨਾ ਹੋਣ, ਹਮਦਰਦ ਮਿੱਤਰ ਨਾ ਹੋਣ ਤੇ ਉਪਜੀਵਕਾ ਵਾਸਤੇ ਧਨ ਨਾ ਹੋਵੇ। ਚਾਣਕ ਕਹਿੰਦਾ ਐਸੇ ਬੰਦੇ ਨੇ ਨਰਕ ਵਿੱਚ ਕੀ ਜਾਣਾ, ਉਹ ਤੇ ਹੈ ਹੀ ਨਰਕ ਦੇ ਵਿੱਚ, ਉਹ ਤੇ ਪਿਆ ਹੀ ਨਰਕ ਦੇ ਵਿੱਚ, ਉਹ ਤੇ ਬਿਲਕੁਲ ਨਰਕ ਦੇ ਵਿੱਚ। ਉਸਦੇ ਇਹ ਖਿਆਲ ਹਿੰਦੁਸਤਾਨ ਵਿੱਚ ਬੜੇ ਪ੍ਰਚਲਿਤ ਨੇ। ਆਗਿਆਕਾਰੀ ਸੁਖ ਹੋ ਅਰ ਮਿਠ ਬੋਲੀ ਨਾਰ, ਧਨ ਆਪਣੇ ਸੰਤੋਖ ਮਨ, ਇਹ ਚਾਰ ਸੁਰਗ ਸੰਸਾਰ। ਇਹ ਤੇ ਸੰਸਾਰ ਦਾ ਸਵਰਗ ਹੈ ਕਿ ਹਮ ਖਿਆਲ ਪਤਨੀ ਹੋਵੇ, ਆਗਿਆਕਾਰੀ ਪੁੱਤਰ ਹੋਵਨ ਔਰ ਹਮਦਰਦ ਮਿੱਤਰ ਹੋਵਨ ਔਰ ਉਪਜੀਵਕਾ ਵਾਸਤੇ ਧਨ ਹੋਵੇ, ਮਨ ਵਿੱਚ ਸੰਤੋਖ ਹੋਵੇ। ਬਸ ਬੰਦਾ ਸਵਰਗ ਵਿੱਚ ਹੈ, ਆਨੰਦ ਵਿੱਚ ਹੈ, ਖੇੜੇ 'ਚ ਹੈ, ਮਸਤੀ ਵਿੱਚ ਹੈ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੁਝ ਆਪਣੀਆਂ ਹੀ ਵਿਚਾਰਾਂ ਦਿੰਦੇ ਨੇ। ਉਹਨਾਂ ਦਾ ਫਰਮਾਨ ਹੈ, ਨਚ ਦੁਰਲਭਨ ਸੁਤ ਮਿੱਤਰ ਭਰਾਤ ਬਾਂਧਵੇ, ਨਚ ਦੁਰਲਭਨ ਬਨਤਾ ਬਿਲਾਸੇ। ਬਈ ਹਮ ਖਿਆਲ ਪਤਨੀ ਦਾ ਮਿਲ ਜਾਣਾ ਜਾਂ ਪਤੀ ਦਾ ਮਿਲ ਜਾਣਾ, ਇਹ ਵੀ ਕੋਈ ਦੁਰਲਭ ਚੀਜ਼ ਨਹੀਂ ਹੈ, ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਆਗਿਆਕਾਰੀ ਪੁੱਤਰਾਂ ਦਾ ਮਿਲ ਜਾਣਾ, ਇਹ ਵੀ ਕੋਈ ਮਹਾਨ ਚੀਜ਼ ਨਹੀਂ ਹੈ। ਤੇ ਹਮ ਖਿਆਲ ਮਿੱਤਰਾਂ ਦਾ ਮਿਲ ਜਾਣਾ, ਹਮ ਖਿਆਲ ਸੰਬੰਧੀਆਂ ਦਾ ਹੋ ਜਾਣਾ, ਯਾਰ ਦੋਸਤ ਮਿਲ ਜਾਣ ਹਮ ਖਿਆਲ, ਤਾਂ ਸਾਹਿਬ ਕਹਿੰਦੇ ਨੇ ਇਹ ਵੀ ਕੋਈ ਦੁਰਲਭ ਚੀਜ਼ ਹੈ। ਇਹਨੂੰ ਵੀ ਤੂੰ ਕੋਈ ਮਹਾਨ ਨਾ ਸਮਝ ਲਵੇਂ। ਇਹਦੇ ਨਾਲ ਵੀ ਜ਼ਿੰਦਗੀ ਦੇ ਮਸਲੇ ਹੱਲ ਨਹੀਂ ਹੁੰਦੇ, ਇਹਦੇ ਨਾਲ ਵੀ ਜੀਵਨ ਵਿੱਚ ਬੇਚੈਨੀ ਬਣੀ ਰਹਿੰਦੀ ਹੈ, ਇਹਦੇ ਨਾਲ ਵੀ ਜ਼ਿੰਦਗੀ ਵਿੱਚ ਸੰਤਾਪ ਬਣਿਆ ਰਹਿੰਦਾ ਹੈ। ਤੀਸਰੀ ਚੀਜ਼ ਤੋਂ ਬਾਅਦ ਜਿਸ ਚੌਥੀ ਚੀਜ਼ ਨੂੰ ਸਮੁੱਚੇ ਸੰਸਾਰ ਨੇ ਮਹਾਨਤਾ ਦਿੱਤੀ ਹੈ, ਉਹ ਹੈ ਵਿਦਿਆ, ਗਿਆਨ। ਵੀ ਬੰਦੇ ਕੋਲ ਗਿਆਨ ਹੋਵੇ, ਬੰਦੇ ਕੋਲ ਵਿਦਿਆ ਹੋਵੇ, ਜ਼ਿੰਦਗੀ ਦੇ ਹਰ ਪਹਿਲੂ ਦੀ ਬੰਦੇ ਕੋਲ ਸੂਝ ਤੇ ਸਮਝ ਹੋਵੇ, ਤੇ ਐਸਾ ਬੰਦਾ ਹਰ ਮਹਿਫਿਲ ਵਿੱਚ ਹਰ ਥਾਂ ਤੇ ਕਾਮਯਾਬ ਹੁੰਦਾ ਹੈ ਤੇ ਆਨੰਦ ਮਾਣਦਾ ਹੈ, ਸੁਖ ਮਾਣਦਾ ਹੈ। ਸਾਹਿਬ ਕਹਿੰਦੇ ਨੇ, ਨਚ ਦੁਰਲਭੰ ਵਿਦਿਆ ਪ੍ਰਵੀਣੰ, ਨਚ ਦੁਰਲਭੰ ਚਤੁਰ ਚੰਚਲੇ। ਮਨੁੱਖ ਬਹੁਤਾ ਹੀ ਹਾਜ਼ਰ ਜਵਾਬ ਹੋ ਜਾਏ, ਬੜਾ ਚੰਚਲ ਹੋ ਜਾਏ, ਬੜਾ ਵਿਦਵਾਨ ਹੋ ਜਾਏ, ਤੇ ਕੋਰਾ ਵਿਦਵਾਨ ਨਹੀਂ ਵਿਦਿਆ ਦੇ ਵਿੱਚ ਪ੍ਰਵੀਣ ਹੋ ਜਾਏ, ਭਾਵ ਬੜਾ ਪੰਡਿਤ ਹੋ ਜਾਏ, ਬੜਾ ਵੱਡਾ ਗਿਆਨੀ ਹੋ ਜਾਏ, ਜ਼ਿੰਦਗੀ ਦੇ ਸਾਰੇ ਸਵਾਲਾਂ ਦਾ ਜਵਾਬ ਉਹਦੇ ਕੋਲ ਹੋਵੇ। ਸਾਹਿਬ ਕਹਿੰਦੇ ਨੇ ਇਹ ਵੀ ਕੋਈ ਦੁਰਲਭ ਚੀਜ਼ ਨਹੀਂ। ਕਦੀ ਗੌਰ ਮੁਤਾਲਾ ਕਰਕੇ ਵੇਖਣਾ, ਵਿਦਿਆ ਦੇ ਨਾਲ ਜੀਵਨ ਚੱਲਦਾ ਜ਼ਰੂਰ ਹੈ, ਜੀਵਨ ਬਦਲਦਾ ਨਹੀਂ। ਕਦੀ ਗੌਰ ਮੁਤਾਲਾ ਕਰਕੇ ਵੇਖਣਾ। ਜਾਣਨਾ ਹੋਰ ਗੱਲ ਹੈ, ਪਾਉਣਾ ਹੋਰ ਗੱਲ ਹੈ। ਕਿਸੇ ਗੱਲ ਨੂੰ ਜਾਣ ਲੈਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਜਾਣਨਾ ਹੋਰ ਗੱਲ ਹੈ, ਪਾਉਣਾ ਹੋਰ ਗੱਲ ਹੈ। ਰੱਬ ਨੂੰ ਜਾਣ ਲੈਣਾ ਹੋਰ ਗੱਲ ਹੈ, ਰੱਬ ਨੂੰ ਪਾ ਲੈਣਾ ਹੋਰ ਗੱਲ ਹੈ। ਗੁਰੂ ਨੂੰ ਜਾਣ ਲੈਣਾ ਹੋਰ ਗੱਲ ਹੈ, ਗੁਰੂ ਨੂੰ ਪ੍ਰਾਪਤ ਕਰ ਲੈਣਾ ਹੋਰ ਗੱਲ ਹੈ। ਸੰਸਾਰ ਨੂੰ ਸਮਝ ਲੈਣਾ ਹੋਰ ਗੱਲ ਹੈ, ਸੰਸਾਰ ਨੂੰ ਪ੍ਰਾਪਤ ਕਰ ਲੈਣਾ ਹੋਰ ਗੱਲ ਹੈ। ਕਰਤਾਰ ਨੂੰ ਸਮਝ ਲੈਣਾ ਹੋਰ ਗੱਲ ਹੈ, ਕਰਤਾਰ ਨੂੰ ਪ੍ਰਾਪਤ ਕਰ ਲੈਣਾ ਹੋਰ ਗੱਲ ਹੈ। ਸਮਝਣ ਵਾਸਤੇ ਦਿਮਾਗ ਚਾਹੀਦਾ ਹੈ, ਪ੍ਰਾਪਤ ਕਰਨ ਵਾਸਤੇ ਸਾਧਨਾ ਚਾਹੀਦੀ ਹੈ, ਮਿਹਨਤ ਚਾਹੀਦੀ ਹੈ, ਜਪ ਚਾਹੀਦਾ ਹੈ, ਤਪ ਚਾਹੀਦਾ ਹੈ। ਉਸ ਤੋਂ ਬਿਨਾਂ ਜ਼ਿੰਦਗੀ ਦੇ ਮਸਲੇ ਹੱਲ ਨਹੀਂ ਹੁੰਦੇ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਨਚ ਦੁਰਲਭੰ ਵਿਦਿਆ ਪ੍ਰਵੀਣ, ਨਚ ਦੁਰਲਭੰ ਚਤੁਰ ਚੰਚਲੇ। ਬੜਾ ਵਿਦਵਾਨ ਹੋ ਜਾਣਾ, ਪੰਡਿਤ ਹੋ ਜਾਣਾ, ਵਿਦਿਆ ਦੇ ਵਿੱਚ ਪ੍ਰਵੀਣ ਹੋ ਜਾਣਾ, ਇਹ ਵੀ ਕੋਈ ਦੁਰਲਭ ਨਹੀਂ, ਇਹ ਵੀ ਕੋਈ ਮਹਾਨ ਨਹੀਂ। ਤੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪੁੱਛੀਏ, ਪਾਤਸ਼ਾਹ ਜੇ ਧਨ ਵੀ ਕੋਈ ਖਾਸ ਨਹੀਂ ਤੇ ਸੁੰਦਰਤਾ ਜੋ ਰੂਪ ਹੈ ਇਹ ਵੀ ਕੋਈ ਖਾਸ ਨਹੀਂ ਹੈ, ਤਰ੍ਹਾਂ ਤਰ੍ਹਾਂ ਦੇ ਸਵੱਛ ਬਸਤਰ ਪਹਿਨਣ ਨੂੰ ਮਿਲ ਜਾਣ ਤੇ ਖਾਣ ਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਮਿਲ ਜਾਣ, ਜੇ ਇਹ ਵੀ ਦੁਰਲਭ ਨਹੀਂ ਔਰ ਧੀਆਂ ਪੁੱਤਰਾਂ ਦਾ ਮਿਲ ਜਾਣਾ, ਆਗਿਆਕਾਰੀ ਪਤਨੀ ਦਾ ਮਿਲ ਜਾਣਾ, ਪੁੱਤਰਾਂ ਦਾ ਮਿਲ ਜਾਣਾ, ਇਹ ਵੀ ਦੁਰਲਭ ਨਹੀਂ ਤੇ ਵਿਦਿਆ ਵੀ ਕੋਈ ਦੁਰਲਭ ਨਹੀਂ, ਤਾਂ ਫਿਰ ਦੁਰਲਭ ਕੀ ਹੈ, ਮਹਾਨ ਕੀ ਹੈ? ਕਿਉਂਕਿ ਮਨੁੱਖ ਦੀ ਜ਼ਿੰਦਗੀ ਆਖਰ ਇਹਨਾਂ ਹੀ ਚੀਜ਼ਾਂ ਦੇ ਆਲੇ ਦੁਆਲੇ ਭਟਕਦੀ ਹੈ। ਮਨੁੱਖ ਸਾਰੀ ਜ਼ਿੰਦਗੀ ਇਹਨਾਂ ਹੀ ਚੀਜ਼ਾਂ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਹੁਣ ਮੇਰੇ ਪਾਤਸ਼ਾਹ ਦੱਸਦੇ ਨੇ ਦੁਰਲਭ ਚੀਜ਼ ਕਿਹੜੀ ਹੈ। ਦੁਰਲਭੰ
एक भगवान नामे नानक लभदेन साध संग कृपा प्रभन। पातशाह कहते दुर्लभ है एक भगवान का नाम लभदा है साधुआं दी संगत विचों प्रभु की बख्शिश नाल। संसार विच जितने धनवान ने उतने भगत कोई नहीं, इतनी मैं अर्ज करते हैं। धनवान बनना आसान है, भगत बनना बहुत औखा। गुणवान बनना आसान है, विद्वान बनना आसान है, भगत बनना बड़ी औखी है। कईयां नूं चंगे पुत्र मिल गए ने, चंगी पत्नी मिल गई है, पर ऐसे बंदे थानू घट मिलणगे जिन्हां नूं रब मिलिया। धन मिल गया है, संपदा मिल गई है, विद्या मिल गई है, इलम मिल गया है, सुंदरता मिल गई है, पर परमात्मा मिलिया होवे, गुरु मिलिया होवे, ऐसे मनुखों की तादाद संसार में बहुत घट है, बहुत घट है। तुसी गिणती करो, इस वक्त 4 अरब के करीब जमीन के उत्ते मनुखता रही है। जितने धनवान ने, जितने गुणवान ने, जितने संपन्न मनुख ने, उतने भगत कोई नहीं। भगतां की गिणती बहुत थोड़ी, बहुत थोड़ी। कारण कि भगत बनने वास्ते बड़ी मेहनत करने की लौड़ पैंदी। इस वास्ते साहिबां दा फरमान है, पंडित सूर छतरपत राजा भगत बराबर और ना होए। जिथे भगत पहुंचता है धनवान नहीं पहुंच सकता, गुणवान नहीं पहुंच सकता, छत्रपति राजा भी नहीं पहुंच सकता, जोगी भी नहीं पहुंच सकता, पंडित आलम विद्वान भी नहीं पहुंच सकता। पंडित सूर छतरपत राजा भगत बराबर और न कोई। भगत कोल की है भगवान है, भगत कोल की है भगती है, भगत कोल की है नाम है, भगत कोल की है अमृतमयी रस है। तो इस स्थान ते आने का इतना ही मतलब है कि जगत विच जो सब तो दुर्लभ है परमात्मा, उसका नाम वो साडी झोली च पै सके, उसनूं असीं प्राप्त कर सकीए। ते प्राप्त करने का इको एक वसीला है गुरु घर विच जप जाप। उन्होंने जपी जाना है, जपी जाना है, ताकि उसका जिहड़ा रस है वो प्रगट हो सके। हुणे ही भाई साहब कीर्तन दे राहीं तुहानूं दस रहे सन कि हर का बिलोब ना बिलोबो मेरे भाई, सहज बिलोबो जैसे तत ना जाए। ये भी रिड़कना है, वाहिगुरु 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 जपी जाना, ये ध्यान जोड़ना है, रिड़कना है। तो रिड़कदियां एक दिन मक्खन निकल पैंदा है, रिड़कदियां रस आन लग पैंदा है। ये जो रस का आ जाना है बस समझ लो मक्खन की प्राप्ति है। रस का जो मिल जाना है समझ लो भगवान की प्राप्ति है। संसार दीयां चीज़ों की तुलना दे के ही परमात्मा के नाम के रस की व्याख्या भगत जन जो है करते हैं। तो गुरु अर्जन देव जी महाराज का फरमान, दुर्लभन एक भगवान नामे नानक लभदे साध संग कृपा प्रभन। अज इतनी विचारा प्रवान करनिया चूंकि दासां ने जाना है। मुख निशाना, मुख जिहड़ा मुदा से जो मैं थोड़े सामने इस वक्त रखे है वो ये गुरु अर्जन देव जी महाराज की जिहड़ी विचार धारा है। क्योंकि सारंश होंदा है, हर चीज़ का एक निचोड़ होता है। निचोड़ ये है कि ए बंदे जिस जिस चीज़ नूं तू महान मन लिया, खास मन लिया, वो खास नहीं है, वो दुर्लभ नहीं है। ते जिसनों तू तुच्छ जान के, मामूली जान के त्यागया होया है, परे सुटिया होया है, वो तुच्छ नहीं है, वो ते खास है। गुरुद्वारे आना, कथा कीर्तन सुनना इस वास्ते है कि बंदे नूं गुरु की अहमियत का पता चल जाए, रब की अहमियत का पता चल जाए। तो जिस दिन पता चलता है गुरु खास है, जिस दिन पता चलता है परमात्मा खास है, फिर उस दिन मनुख गुरु की खातर और परमात्मा की खातर अपने आप को कुर्बान करता है। अजे ते मनुख ने धन की खातर, अपने आप की खातर गुरु को कुर्बान किया होया, रब को कुर्बान किया होया। ते पता है कुर्बान जिस तो चीज़ करी दी है, छोटी चीज़ वड्डी चीज़ तो कुर्बान करी दी है। कभी बगौर मुताला कर लेना, छोटी चीज़ वड्डी चीज़ के उत्तों कुर्बान करी दी है। तो जी अपनी जिंदगी के उत्ते गुरु को ही कुर्बान कर छड़िया, अपने जीवन के उत्ते परमात्मा को ही कुर्बान कर छड़िया, शराब की खातर अमृत को कुर्बान कर छड़िया, खिमा करनी, और इसी तरीके दे नाल झूठ की खातर सच को ही कुर्बान कर छड़िया, अपनी जिंदगी की खातर गुरबाणी को ही कुर्बान कर छड़िया। तो गुरबाणी तुच्छ है, अजे फिजूल है, अजे अमृत तुच्छ है। तो जिस दिन बंदा गुरु की खातर खुद कुर्बान होता है, जिस दिन बंदा परमात्मा की खातर झूठ को कुर्बान कर देता है, उस दिन समझ लो सही मार्ग पर आया है। तो इसनों असलीयत का भी पता चलिया। फिर मैं लफ्ज़ दोहरा दिया, छोटी चीज़ वड्डी चीज़ तो कुर्बान करी दी है। कुर्बान किहड़ी चीज़ करी दी है?
ਵੱਡੀ ਚੀਜ਼ ਦੇ ਤੋਂ ਛੋਟੀ ਚੀਜ਼ ਕੁਰਬਾਨ ਕਰ ਦਈਦੀ ਹੈ। ਤੇ ਜੇ ਅੰਮ੍ਰਿਤ ਦੇ ਉੱਤੇ ਸ਼ਰਾਬ ਕੁਰਬਾਨ ਕਰ ਦਿੱਤੀ, ਛੱਡ ਦਿੱਤੀ ਤਾਂ ਤੇ ਗੱਲ ਹੈ, ਪਰ ਜੇ ਸ਼ਰਾਬ ਦੇ ਉੱਤੇ ਅੰਮ੍ਰਿਤ ਹੀ ਕੁਰਬਾਨ ਕਰ ਛੱਡਿਆ, ਇਹ ਗੱਲ ਕੁਛ ਹੋਰ ਹੈ। ਇਸਲਾਮੀ ਜਗਤ ਦੇ ਕਰੀਬਨ ਮੁਸਲਮਾਨ ਹਾਜੀ ਜਦ ਮੱਕੇ ਜਾਂਦੇ ਨੇ ਤੇ ਮੁਹੰਮਦ ਸਾਹਿਬ ਦਾ ਹੁਕਮ ਹੈ ਜਿਹੜਾ ਕੁਰਬਾਨੀ ਨਹੀਂ ਦੇਗਾ ਉਹਦੀ ਹਜ ਯਾਤਰਾ ਪ੍ਰਵਾਨ ਨਹੀਂ ਹੈ, ਕੁਰਬਾਨੀ ਦੇ। ਦਰਅਸਲ ਮੁਹੰਮਦ ਸਾਹਿਬ ਦੀ ਗੱਲ ਨੂੰ ਮੁਸਲਮਾਨਾਂ ਨੇ ਸਮਝਿਆ ਨਹੀਂ। ਤਾਂ ਉੱਥੇ ਪਤਾ ਕੁਰਬਾਨੀ ਕਾਹਦੀ ਦਿੰਦੇ ਨੇ? ਭੇਡਾਂ ਦੀ, ਬੱਕਰੀਆਂ ਦੀ, ਗਊਆਂ ਦੀ, ਮੱਝਾਂ ਦੀ, ਊਠਾਂ ਦੀ। ਜਿਨ੍ਹਾਂ ਦਿਨਾਂ ਵਿੱਚ ਹਜ ਹੁੰਦੀ ਹੈ, ਮੇਰੇ ਪੜ੍ਹਨ ਤੇ ਸੁਣਨ ਤੇ ਥੋੜਾ ਜਿਹਾ ਦੂਰੋਂ ਦੇਖਣ ਵਿੱਚ ਆਇਆ ਕਿ ਉੱਥੇ ਖੂਨ ਦੀਆਂ ਨਦੀਆਂ ਚੱਲ ਪੈਂਦੀਆਂ। ਕਿਉਂ ਕਿ 50-60 ਲੱਖ ਦੇ ਕਰੀਬ ਹਾਜੀ ਸਊਦੀ ਅਰਬ ਪਹੁੰਚਦਾ ਹੈ, ਸਮੁੱਚੀ ਦੁਨੀਆ ਵਿੱਚ। ਮਲੇਸ਼ੀਆ ਹੈ, ਇੰਡੋਨੇਸ਼ੀਆ ਹੈ, ਹਿੰਦੁਸਤਾਨ ਹੈ, ਸਮੁੱਚੇ ਅਰਬ ਦੇਸ਼ ਨੇ, ਈਰਾਨ ਹੈ, ਅਫਗਾਨਿਸਤਾਨ ਹੈ, ਪਾਕਿਸਤਾਨ ਹੈ, तमाम ਮੁਸਲਿਮ ਦੇਸ਼ਾਂ ਤੋਂ ਹਾਜੀ ਉੱਥੇ ਪਹੁੰਚਦੇ ਹਨ। ਤੇ ਹੁਕਮ ਹੈ ਮੁਹੰਮਦ ਸਾਹਿਬ ਦਾ ਵੀ ਕੁਰਬਾਨੀ ਲਾਜ਼ਮੀ ਦੇਣੀ, ਬਿਨਾਂ ਕੁਰਬਾਨੀ ਦਿੱਤਿਆਂ ਹਜ ਪ੍ਰਵਾਨ ਨਹੀਂ। ਤਾਂ ਹਰ ਇੱਕ ਨੇ ਕੁਰਬਾਨੀ ਦੇਣੀ ਹੁੰਦੀ ਹੈ। ਮੈਨੂੰ ਕੁਵੈਤ ਦੇ ਵਿੱਚ ਕੁਝ ਸੱਜਣਾ ਨੇ ਦੱਸਿਆ ਕਿ ਜਿਹੜੀ ਬੱਕਰੀ, ਜਿਹੜਾ ਬੈਲ, ਜਿਹੜੀ ਗਊ ਆਮ ਹਾਲਤ ਵਿੱਚ ਬੜੀ ਸਸਤੀ ਮਿਲਦੀ ਹੈ, ਹਜ ਦੇ ਦਿਨਾਂ ਵਿੱਚ ਉਹਨਾਂ ਦੀ 50 ਗੁਣਾ ਕੀਮਤ ਵੱਧ ਜਾਂਦੀ। 50 ਇੰਨੇ ਮਹਿੰਗੇ, ਕਿਉਂਕਿ ਹਰ ਹਾਜੀ ਨੇ ਕੁਰਬਾਨੀ ਦੇਣੀ ਹੈ। ਔਰ ਖਿਮਾ ਕਰਨੀ, ਮੇਰੀ ਸਮਝ 'ਚ ਗੱਲ ਆਈ ਹੈ ਮੁਹੰਮਦ ਸਾਹਿਬ ਦਾ ਸ਼ਾਇਦ ਕਹਿਣਾ ਇਹ ਨਹੀਂ ਸੀ। ਛੋਟੀ ਚੀਜ਼ ਵੱਡੀ ਚੀਜ਼ ਤੋਂ ਕੁਰਬਾਨ ਕਰੀਦੀ ਹੈ। ਦਰਅਸਲ ਚਾਹੀਦਾ ਤੇ ਇਹ ਸੀ ਕਿ ਸੱਚ ਦੀ ਖਾਤਰ ਆਪਣੇ ਝੂਠ ਨੂੰ ਕੁਰਬਾਨ ਕਰਨਾ ਸੀ, ਸੰਤੋਖ ਦੀ ਖਾਤਰ ਆਪਣੇ ਲੋਭ ਨੂੰ ਕੁਰਬਾਨ ਕਰਨਾ ਸੀ, ਮਹਾਨ ਪ੍ਰਕਾਸ਼ ਦੀ ਖਾਤਰ ਆਪਣੇ ਅੰਧੇਰੇ ਨੂੰ ਕੁਰਬਾਨ ਕਰਨਾ ਸੀ, ਧਰਮ ਦੀ ਖਾਤਰ ਧਨ ਨੂੰ ਕੁਰਬਾਨ ਕਰਨਾ ਸੀ। ਗੱਲ ਲੋਕਾਂ ਦੀ ਸਮਝ ਵਿੱਚ ਨਹੀਂ ਆਈ। ਹੁਣ ਵੀ ਹਿੰਦੂ ਯਾਤਰੀ ਜਦ ਕਦੀ ਹਰਿਦੁਆਰ ਜਾਂਦੇ ਨੇ, ਗਇਆ ਜੀ ਜਾਂਦੇ ਨੇ, ਜਾਂ ਪਿੰਡ ਭਰਾਉਣ ਵਾਸਤੇ ਇਲਾਹਾਬਾਦ ਜਾਣ, ਤੇ ਉਹਨਾਂ ਨੂੰ ਬ੍ਰਾਹਮਣ ਕਹਿੰਦੇ ਨੇ ਕੁਛ ਚੀਜ਼ ਛੱਡੋ, ਇੱਥੇ ਤਿਆਗੋ। ਤਾਂ ਕੋਈ ਮਸਰਾਂ ਦੀ ਦਾਲ ਛੱਡ ਕੇ ਆਉਂਦਾ ਹੈ, ਕੋਈ ਬੈਂਗਣ ਛੱਡ ਕੇ ਆਉਂਦਾ ਹੈ, ਕੋਈ ਮੂਲੀਆਂ ਛੱਡ ਕੇ ਆਉਂਦਾ, ਕੋਈ ਕਹਿੰਦਾ ਮੈਂ ਪਿਆਜ਼ ਛੱਡ ਦਿੱਤੇ, ਬਈ ਇਹ ਤਿਆਗ ਕੀਤਾ। ਕੋਈ ਵੀ ਨਹੀਂ ਕਹਿੰਦਾ ਮੈਂ ਝੂਠ ਛੱਡਿਆ ਅੱਜ ਤੋਂ, ਲੋਭ ਛੱਡਿਆ ਅੱਜ ਤੋਂ, ਵੈਰ ਵਿਰੋਧ ਛੱਡਿਆ ਅੱਜ ਤੋਂ। ਲੋਕਾਂ ਨੂੰ ਗੱਲ ਸਮਝ ਵਿੱਚ ਨਹੀਂ ਆਈ। ਤਾਂ ਛੋਟੀ ਚੀਜ਼ ਵੱਡੀ ਚੀਜ਼ ਤੋਂ ਕੁਰਬਾਨ ਕਰ ਦਈਦੀ ਹੈ। ਜਦ ਬੰਦੇ ਨੂੰ ਪਤਾ ਚੱਲਦਾ ਹੈ ਅੰਮ੍ਰਿਤ ਮਹਾਨ ਹੈ, ਤਾਂ ਫਿਰ ਮਨੁੱਖ ਸ਼ਰਾਬ ਕੁਰਬਾਨ ਕਰ ਦਿੰਦਾ ਹੈ। ਜਿਸ ਦਿਨ ਪਤਾ ਚੱਲਦਾ ਹੈ ਮਨੁੱਖ ਨੂੰ ਕਿ ਧਰਮ ਮਹਾਨ ਹੈ, ਤਾਂ ਫਿਰ ਧਰਮ ਦੀ ਖਾਤਰ ਖਿਮਾ ਕਰਨੀ ਉਹ ਧਨ ਨੂੰ ਕੁਰਬਾਨ ਕਰ ਦਿੰਦਾ ਹੈ। ਐਸਾ ਨਹੀਂ ਕਿ ਧਨ ਦੀ ਖਾਤਰ ਉਹ ਧਰਮ ਕੁਰਬਾਨ ਕਰ ਦੇ, ਗੱਲ ਉਲਟੀ ਹੋ ਜਾਂਦੀ ਹੈ। ਇਹਦਾ ਇਹ ਮਤਲਬ ਨਹੀਂ ਕੋਈ ਧਨ ਤਿਆਗ ਦਿੰਦਾ ਹੈ, ਨਹੀਂ, ਧਨ ਦੀ ਖਾਤਰ ਧਰਮ ਨਹੀਂ ਕੁਰਬਾਨ ਕਰਦਾ। ਔਰ ਉਹ ਸ਼ਰਾਬ ਦੀ ਖਾਤਰ ਅੰਮ੍ਰਿਤ ਦਾ ਤਿਆਗ ਨਹੀਂ ਕਰੇਗਾ। ਉਹਨੂੰ ਸਮਝ ਪੈ ਗਈ ਅੰਮ੍ਰਿਤ ਮਹਾਨ ਹੈ, ਗੁਰੂ ਮਹਾਨ ਹੈ, ਅਕਾਲ ਪੁਰਖ ਮਹਾਨ ਹੈ। ਤੇ ਜਿਉਂ ਉਸਨੂੰ ਮਹਾਨਤਾ ਦਿਸ ਪੈਂਦੀ ਹੈ ਗੁਰੂ ਦੀ ਤੇ ਪ੍ਰਮਾਤਮਾ ਦੀ, ਫਿਰ ਤੁੱਛ ਚੀਜ਼ਾਂ ਉਸ ਤੋਂ ਕੁਰਬਾਨ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਲੋਕ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਰੱਖੀ ਹੈ। ਦੁਰਲਭੰ ਏਕ ਭਗਵਾਨ ਨਾਮੇ, ਨਾਨਕ ਲਭਦਿਆਂ ਸਾਧ ਸੰਗ, ਕਿਰਪਾ ਪ੍ਰਭਨ। ਮੇਰੇ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। ਪ੍ਰਮਾਤਮਾ ਮਹਾਨ ਹੈ, ਗੁਰੂ ਮਹਾਨ ਹੈ, ਇਸ ਦਾ ਸਾਨੂੰ ਬੋਧ ਹੋਵੇ ਤਾਂ ਕਿ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਗੁਰੂ ਤੇ ਅਕਾਲ ਪੁਰਖ ਤੋਂ ਕੁਰਬਾਨ ਕਰ ਸਕੀਏ। ਭੁੱਲਾਂ ਚੁੱਕਾਂ ਲਈ ਖਿਮਾ ਦੀ ਯਾਚਨਾ।